ਅੱਜ ਇੱਥੇ ਕਿ ਗਿੱਲ ਨਹਿਰ ਦੇ ਕੋਲੇ ਇੱਕ ਨਿੱਜੀ ਕਾਲਜ ਦੇ ਵਿੱਚ ਫਿਜ਼ੀਓਥੈਰੇਪੀ ਨੂੰ ਲੈ ਕੇ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਮੁੱਖ ਪ੍ਰਬੰਧਕਾਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਹਨਾਂ ਵੱਲੋਂ 1999 ਦੇ ਵਿੱਚ ਫਿਜ਼ੀਓਥੈਰੇਪੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਇਹ ਸੇਵਾ ਉਹਨਾਂ ਦੇ ਪਿਤਾ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ 25ਵਾਂ ਬੈਚ ਅਤੇ ਮਾਸਟਰ ਦਾ 13ਵਾਂ ਬੈਚ ਹੈ, ਜਿਸ ਦੇ ਵਿੱਚ ਉਹਨਾਂ ਵੱਲੋਂ ਬੱਚਿਆਂ ਨੂੰ ਫਿਜ਼ੀਓਥੈਰੇਪੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉੱਥੇ ਇਸ ਮੌਕੇ ਪ੍ਰਬੰਧਕਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿੱਥੇ ਫਿਜ਼ੀਓਥੈਰੇਪੀ ਨੂੰ ਲੈ ਕੇ ਜਾਗਰੂਕਤਾ ਲੋਕਾਂ ਵਿੱਚ ਘੱਟ ਹੈ, ਪਰੰਤੂ ਉਹਨਾਂ ਵੱਲੋਂ ਲੋਕਾਂ ਨੂੰ ਫਿਜ਼ੀਓਥੈਰੇਪੀ ਬਾਰੇ ਜਾਗਰੂਕ ਕੀਤਾ ਜਾ ਰਿਹਾ, ਜਿਸ ਦੇ ਵਿੱਚ ਲੋਕਾਂ ਵੱਲੋਂ ਦਵਾਈਆਂ ਅਤੇ ਹੋਰ ਸਾਧਨਾਂ ਨਾਲ ਆਪਣੀ ਸਿਹਤ ਨੂੰ ਖਰਾਬ ਕਰ ਲਿੱਤਾ ਜਾਂਦਾ ਹੈ, ਪਰੰਤੂ ਫਿਜ਼ੀਓਥੈਰੇਪੀ ਕਰਾ ਕੇ ਉਹ ਬਹੁਤ ਹੀ ਘੱਟ ਸਮੇਂ ਦੇ ਅੰਦਰ ਅਤੇ ਸਸਤੇ ਤਰੀਕੇ ਨਾਲ ਆਪਣੀ ਸਿਹਤ ਨੂੰ ਠੀਕ ਕਰ ਸਕਦੇ ਹਨ ਅਤੇ ਬਿਲਕੁਲ ਹੀ ਨੈਚੁਰਲ ਹੁੰਦਾ ਹੈ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੁੱਖ ਪ੍ਰਬੰਧਕਾਂ ਵੱਲੋਂ ਇਸ ਸੰਬੰਧ ਵਿੱਚ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕਿਹਾ ਗਿਆ। ਮੇਰਾ ਨਾਮ ਡਾਕਟਰ ਰਣਬੀਰ ਸਿੰਘ ਸੇਖੋਂ ਹੈ ਜੀ ਸਰ। ਅਸੀਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਜਾਂ ਡਾਕਟਰ ਸਾਹਿਬ ਆਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਅਸੀਂ ਜੀ ਜਿਹੜੀ ਫਿਜ਼ੀਓਥੈਰੇਪੀ ਦੀ ਸੇਵਾ ਕਰ ਰਹੇ ਹਾਂ 1999 ਤੋਂ ਆਪਾਂ ਨੇ ਸਰਦਾਰ ਜਸਵਿੰਦਰਪਾਲ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਕਾਲਜ, ਤੇ ਹੁਣ ਆਪਣੇ ਕੋਲੇ 25th ਬੈਚ ਹੈ ਬੈਚਲਰ ਆਫ ਫਿਜ਼ੀਓਥੈਰੇਪੀ ਦਾ, ਮਾਸਟਰਸ ਦਾ 13th ਬੈਚ ਹੈ। ਤੇ ਮੇਨ ਸਾਡਾ ਇਹੀ ਹੈ ਵੀ ਜਿਹੜਾ ਫਿਜ਼ੀਓਥੈਰੇਪੀ ਹੈ ਇਹਦੇ ਟ੍ਰੀਟਮੈਂਟ ਦਾ ਬਹੁਤ ਅਵੇਅਰਨੈਸ ਦੀ ਕਮੀ ਹੈ, ਪੇਸ਼ੈਂਟਸ ਨੂੰ ਪਤਾ ਨਹੀਂ, ਤੇ ਕਈ ਵਾਰੀ ਮੈਡੀਸਿਨਸ ਨਾਲ ਜਾਂ ਹੋਰ ਇਹੋ ਜਿਹੇ ਟ੍ਰੀਟਮੈਂਟਸ ਨਾਲ ਸਾਈਡ ਇਫੈਕਟ ਹੁੰਦੇ ਆ। ਉਹ ਫਿਜ਼ੀਓਥੈਰੇਪੀ ਕਰਾ ਕੇ ਜਲਦੀ ਤੇ ਸਸਤੇ 'ਚ ਤੇ ਅਸਲੀ ਨੈਚੁਰਲ ਜਿਹੜਾ ਢੰਗ ਹੈ ਉਹਦੇ ਨਾਲ ਠੀਕ ਹੋ ਸਕਦੇ ਆ, ਪਰ ਆਪਾਂ ਕਈ ਵਾਰੀ ਨਾਨ ਨੈਚੁਰਲ ਚੀਜ਼ਾਂ ਵੱਲ ਚਲੇ ਜਾਂਦੇ ਹਾਂ। ਜਿਵੇਂ ਮੈਡੀਸਿਨਸ 'ਚ ਹੋ ਗਏ, ਕੈਮੀਕਲ ਇਹੋ ਜਿਹੀਆਂ ਚੀਜ਼ਾਂ ਲੈ ਲੈਂਦੇ ਆ, ਫਿਰ ਉਹਨਾਂ ਦੀ ਐਲਰਜੀਜ਼ ਹੈ, ਲਿਵਰ ਵਗੈਰਾ ਨੂੰ ਪ੍ਰੋਬਲਮ ਆ ਜਾਂਦੀ, ਕਿਡਨੀ ਨੂੰ ਆ ਜਾਂਦੀ ਹੈ। ਸਰ ਕਿਹੜੇ ਟ੍ਰੀਟਮੈਂਟ ਕੀਤੇ ਜਾਂਦੇ? ਆਪਣੇ ਕੋਲ ਮੇਨ ਤਾਂ ਜੀ ਜਿਵੇਂ ਆਰਥੋ ਦਾ ਹੁੰਦਾ, ਉਹ 'ਚ ਜਿਹੜੇ ਨੀ ਜੁਆਇੰਟ ਹੈ, ਸ਼ੋਲਡਰ ਜੁਆਇੰਟ ਹੈ, ਬੈਕ ਪੇਨ ਹੈ, ਸਰਵਾਈਕਲ ਹੈ, ਇਹਨਾਂ ਪ੍ਰੋਬਲਮਸ ਨੂੰ ਠੀਕ ਕਰਦੇ ਹਾਂ। ਉਸ ਤੋਂ ਬਿਨਾਂ ਸਾਡੇ ਬੱਚੇ ਪੋਸਟਿੰਗਸ ਲਈ ਜਾਂਦੇ ਆ ਕਾਰਡੀਓ ਦੇ, ਜਿਵੇਂ ਕਿਸੇ ਨੇ ਬਾਈਪਾਸ ਸਰਜਰੀ ਕਰਾਈ ਹੈ ਜਾਂ ਸਟੈਂਟ ਪਵਾਇਆ, ਉਹਨੂੰ ਬਰੀਥਿੰਗ ਐਕਸਰਸਾਈਜ਼, ਡਾਇਫਰਾਮੈਟਿਕ ਐਕਸਰਸਾਈਜ਼। ਈਵਨ ਅੱਜ ਕੱਲ੍ਹ ਮੈਂ ਦੇਖਿਆ ਹੈ ਜਿਹੜੇ ਗਾਇਨੀਕੋਲੋਜੀ ਦੇ ਵਿੱਚ ਵੀ ਬਹੁਤ ਜ਼ਿਆਦਾ ਸਿਜ਼ੇਰੀਅਨਸ ਹੋ ਰਹੇ ਨੇ, ਮਦਰਸ 'ਚ ਇੰਨੀ ਐਨਰਜੀ ਨਹੀਂ ਹੈਗੀ ਮਸਲਸ 'ਚ ਵੀ ਉਹ ਨਾਰਮਲ ਪੁਸ਼ ਕਰਕੇ ਬੱਚਾ ਡਿਲੀਵਰ ਕਰਨ। ਤਾਂ ਐਂਟੀਨੇਟਲ ਟ੍ਰੀਟਮੈਂਟ ਹੈ, ਆਪਣੇ ਬੱਚੇ ਹੀ ਕਰ ਰਹੇ ਨੇ। ਪੋਸਟਨੇਟਲ ਟ੍ਰੀਟਮੈਂਟ ਤੋਂ ਬਾਅਦ, ਸਰਜਰੀ ਤੋਂ ਬਾਅਦ ਜਿਹੜਾ ਆਪਾਂ ਪੋਸਟਮਾਰਟਮ ਕਹਿੰਦੇ ਆ, ਉਹਦੇ 'ਚ ਫਿਜ਼ੀਓਥੈਰੇਪੀ ਕਰਕੇ ਆਪਾਂ ਮਦਰਸ ਨੂੰ ਛੇਤੀ ਠੀਕ ਕਰਦੇ ਹਾਂ। ਸਰ ਕਿੰਨੀ ਕੁ ਸੀਟਿੰਗ ਕਰਨੀ ਪੈਂਦੀ ਹੈ? ਦੇਖੋ ਜੀ ਅੱਡ ਪ੍ਰੋਬਲਮ ਦੇ ਅੱਡ ਹੈ। ਜਿਹੜਾ ਤਾਂ ਕਾਰਡੀਓ ਹੈ ਇਹ ਤਾਂ ਨਾਲ ਦੀ ਨਾਲ ਸ਼ੁਰੂ ਕਰਕੇ ਤਾਂ 15 ਕੁ ਦਿਨ ਦਾ ਸੈਸ਼ਨ ਹੈ। ਪੋਸਟਮਾਰਟਮ ਹੈ ਜਿਹੜਾ, ਜਿਵੇਂ ਮੈਂ ਤੁਹਾਨੂੰ ਗਾਇਨੋਕੋਲੋਜੀ ਦੱਸਿਆ, 40 ਦਿਨ ਵੀ ਫਿਜ਼ੀਓਥੈਰੇਪੀ ਹੈ। ਪ੍ਰੀ ਟ੍ਰੀਟਮੈਂਟ ਐਂਟੀਨੇਟਲ ਦਾ ਜੇ ਮਦਰਸ ਬਿਲਕੁਲ ਅਨਫਿਟ ਨੇ ਤਾਂ 20-25 ਦਿਨ ਹੈ। ਐਵੇਂ ਜਿਵੇਂ ਸਰਵਾਈਕਲ ਦਾ ਦੱਸ ਰਹੇ ਸੀ, ਇੱਕ ਸਿਟਿੰਗ 'ਚ ਠੀਕ ਹੋ ਗਿਆ ਪੇਸ਼ੈਂਟ। ਇੱਕ ਲੋਅਰ ਬੈਕ ਦੇ ਬੈਠੇ ਭਾਈ ਸਾਹਿਬ, ਇਹਨਾਂ ਦੇ ਬਹੁਤ 15 ਸਾਲਾਂ ਤੋਂ ਪੇਨ ਸੀ, 5 ਮਿੰਟਾਂ 'ਚ ਠੀਕ ਹੋ ਗਏ। ਅੱਡ ਪ੍ਰੋਬਲਮਾਂ ਦਾ ਅੱਡ ਹੈ ਜੀ, ਆਪਾਂ ਕਿਸੇ ਸਾਰਿਆਂ ਨੂੰ ਇੱਕੋ ਧਾਗੇ ਨਾਲ ਨਹੀਂ ਉਹ 'ਚੋਂ ਸੂਈ 'ਚੋਂ ਕੱਢ ਸਕਦੇ। ਅੱਡ ਪ੍ਰੋਬਲਮਸ ਦਾ ਅੱਡ ਹੈ। ਪਰ ਸੀਟਿੰਗ ਕਿੰਨੀ ਚਾਰਜ ਕਰਦੇ? ਸਰ ਸਾਡਾ ਤਾਂ ਸੇਵਾ ਦਾ ਕੰਮ ਹੈ ਜੀ। ਆਪਾਂ ਤਾਂ ਪਹਿਲਾਂ 20 ਰੁਪਏ ਲੈਂਦੇ ਸੀ, ਆ ਹੁਣ ਥੋੜੇ ਦਿਨਾਂ ਤੋਂ 100 ਰੁਪਏ ਕੀਤੇ। ਆਪਣਾ ਤਾਂ ਪੈਸੇ ਵਾਲਾ ਕਮਰਸ਼ੀਅਲ ਐਂਗਲ ਹੈ ਨਹੀਂ ਆਪਣਾ। ਯਾਨੀ ਕਿ ਕੋਈ ਗਰੀਬ ਤੋਂ ਗਰੀਬ ਵੀ ਆ ਕੇ ਇੱਥੇ ਫ੍ਰੀ, ਗਰੀਬਾਂ ਨੂੰ ਫ੍ਰੀ। ਜਿੰਨੇ ਵੀ ਸਾਡੇ ਨਾਲ ਸੰਸਥਾਵਾਂ ਜੁੜੀਆਂ, ਏਕਨੂਰ ਸੰਸਥਾ ਜਾਂ ਹੋਰ ਜੁੜੀਆਂ, ਤਾਂ ਆਪਣਾ ਰੋਜ਼ ਦੇ 15 ਤੋਂ 20 ਪੇਸ਼ੈਂਟ ਆਪਾਂ ਫ੍ਰੀ ਦੇਖਦੇ ਹਾਂ। ਬਸ ਉਹਨੂੰ ਆ ਕੇ ਉਹਨੂੰ ਰਿਕੁਐਸਟ ਕਰਨੀ ਹੈ, ਕੋਈ ਉਹਨੂੰ ਕਿਸੇ साइन नहीं चाहिए, रिक्वेस्ट करनी है, मैं पूछ रहा हूँ तो ट्रीटमेंट फ्री होएगा। मेरा नाम डॉक्टर विनय नवीन गुलाटी है। मैं यहाँ पर डॉक्टर रणबीर सिंह जी के बुलावे पर यहाँ आया हूँ ऑल सेंस कॉलेज में, जहाँ पर फिजियोथेरेपी का कोर्स रन होता है। और मैं यहाँ पर बच्चों को ये सिखाने आया हूँ, जो कि एक टेक्निक होती है फिजियोथेरेपी में, ड्राई नीडलिंग जिसका नाम होता है। इसमें हम नीडल का उपयोग करते हैं और मरीज़ों को ट्रीटमेंट देते हैं। अच्छा, इसमें मरीज़ों को ट्रीटमेंट उन्हीं पेशेंट को दिया जाता है जो कि काफ़ी टाइम से परेशान हैं। और कौन सी बीमारियां? जैसे कि जिनको कमर का दर्द बहुत ज़्यादा होता है, शैटिका का दर्द हो रहा है, जिनको कंधे जाम है, जिनकी गर्दन में बहुत ज़्यादा दर्द है, जिनके घुटने बोल गए हैं, जिनको ऑपरेशन की सलाह दी गई है, जिनके पैर के पंजों में सुनपन आता है, ऐसे मरीज़ों को हम यहाँ ट्रीटमेंट में सिखाने आया हूँ। और जो मैं करता हूँ वो मैं पेशेंट को यहाँ पे लाइव ट्रीटमेंट भी दे रहा हूँ, और इनको बच्चों को सिखाने आया हूँ कि ये बच्चे सीखेंगे तभी तो आगे फिजियोथेरेपी का प्रैक्टिस करेंगे। सर इस तरह की अगर पंजाब च गल करिए तो किन्ने को हॉस्पिटल ने जिहड़े सेवावां दे रहे हैं? बहुत कम है जी, हैं ऐसा नहीं, बट कम है। और उतनी एक्यूरेसी से जो फिजियोथेरेपी को फॉलो किया जाता है वो नहीं हो पा रहा। वो यहाँ पर जो ये कॉलेज में जो बच्चे यहाँ से निकल के जा रहे हैं वो लर्न कर रहे हैं, और वो आज जब सीख रहे हैं
तो वो उसको अच्छी प्रैक्टिस में लेकर के आएंगे और हमारी सोसाइटी के लिए एक पेन फ्री सोसाइटी जो एक सपना देखता है इंसान की दर्द रहित हो, तो वो मैं सोचता हूँ ऑल सेंस कॉलेज इस तरीके का प्रयास कर रहा है। बच्चों को बीपीटी कराने के साथ साथ उनको ये ड्राई नीडलिंग टेक्निक सिखाने का प्रयास कर रहा है, जिससे कि आज वो लाइव पेशेंट को देख रहे हैं, ट्रीटमेंट होते हुए देख रहे हैं, लर्न कर रहे हैं कि हम कैसे ट्रीटमेंट देंगे कि आगे फ्यूचर में हम ऐसे मरीजों को फटाफट ठीक कर पाएं। सर कितनी देर का ट्रीटमेंट होता है? सर वैसे ये ट्रीटमेंट सिर्फ मात्र 15 मिनट का होता है और 15 मिनट के अंदर ही पेन को चला जाता है। जैसे कि अभी मैंने एक पेशेंट का डेमोस्ट्रेशन किया, उनको कंधा जाम था, उनका कंधा इससे ऊंचा नहीं आ रहा था एंड उसको यहाँ इस हिस्से में, जिसको हम अपनी लैंग्वेज में बोले तो डेल्टॉइड मसल में दर्द होता है और अब आम भाषा में बात करें तो बाह में दर्द था जी। तो उनको मैंने सिर्फ एक ही मेथड किया और मैंने जैसे ही यहाँ प्रेस किया एंड द रेंज इंक्रीज, वो पेशेंट खुद चौंक गया कि मेरा हाथ इतने दिन से 3 महीने से नहीं जा रहा और एक इतनी सी देर में ऐसे कैसे चला गया। तो ये टेक्निक होती है, इस टेक्निक का नाम होता है कोची मेथड, जो कि मैंने जापान से सीखी है और भी बहुत सारी टेक्निक्स हैं। तो ये करने पर पेशेंट को बहुत जल्दी आराम आ जाता है। ਜੀ ਸਰ ਇਹ ਕਿੰਨੀ ਮਤਲਬ ਇੱਕ ਸਿਟਿੰਗ ਦੇ ਵਿੱਚ ਹੀ ਪੇਸ਼ੈਂਟ ਨੂੰ ਰਿਲੀਫ ਮਿਲ ਜਾਂਦੀ ਹੈ ਜਾਂ ਫਿਰ ਸਿਟਿੰਗਾਂ ਅਲੱਗ-ਅਲੱਗ ਕਰਵਾਉਣੀਆਂ ਪੈਂਦੀਆਂ ਫਿਰ? फर्स्ट सिटिंग इटसेल्फ वेरी पेन रिलीविंग, पहले ही सिटिंग में ही पेशेंट को बहुत आराम आ जाता है। नेक्स्ट डे जब पेशेंट आता है तो उसको उतना पेन नहीं होता, लेकिन येस ऑफ कोर्स क्योंकि पेन का कारण जो होता है उसको ठीक करने के लिए, उसकी जड़ को, रूट कॉज को ट्रीटमेंट करने के लिए हमें उसको कुछ दिन बुलाना पड़ता है, डिपेंडिंग अपॉन कि उसके मसल का पेन कितना है, उसकी जॉइंट में कितनी मोबिलिटी है, उस हिसाब से हमें 10 दिन 15 दिन या 20 दिन का एक शेड्यूल बनाना पड़ता है। कोई मेडिसिन वगैरह भी देनी पड़ती है? नो नीड ऑफ एनी मेडिसिन सर। मेडिसिन का एक ऐसा रोल होता है, मेडिसिन आर पेन किलर, स्पेशली किसी भी पेन में जो है वो पेन किलर देंगे, वो अलग अलग सॉल्ट के नाम से हैं, पैरासीटामोल हो गया, आपका एसिक्लोफेनेक हो गया, डाइक्लोफेनेक हो गया, नहीं, वो आपके पेन को सप्रेस कर रही हैं। आपको ये समझना पड़ेगा कि मेरा अगर कंधा जाम है तो कंधा जाम मेरा डायबिटीज़ वाले पेशेंट को ज़्यादातर देखने को मिलता है, जिनको बीपी की प्रॉब्लम होती है उनको ज़्यादा देखने को मिलता है। तो अगर आप पेन किलर दे देंगे और दर्द को दबा देंगे, पेशेंट को आराम तो आ जाएगा, नेक्स्ट डे पेशेंट फिर कहता है फिर दर्द आ गया, तो कहाँ तक दर्द की गोलियां खाते रहेंगे? उसके जॉइंट में जाम हुआ, जाम को खोलेंगे तो फिर खत्म हो गया ना उसका पेन। तो फिजियोथेरेपी है ਸਰ ਲੱਗਦਾ ਨਹੀਂ ਕਿ ਵੱਡਾ ਇੱਕ ਬਿਜ਼ਨਸ ਖਤਮ ਕਰ ਰਹੇ ਹੋ ਤੁਸੀਂ ਇਦਾਂ ਦੇ ਕਰਕੇ? सर हम किसी का बिजनेस कोई ख़त्म नहीं कर रहे सर, हम ये बताना चाहते हैं कि ये एक ऐसी मेडिसिन की एक ऐसी ब्रांच है जो कि आपको फ्री ऑफ पेन कर सकती है। अगर मैं ऐसी बात करूं कि फॉर दिस कि जैसे पतले होने के लिए तो फिर बैरिट्रिक सर्जरी करानी पड़ती है, तो उनका धंधा ख़त्म कर रहा है योगा वाला। नहीं जी, योग क्या है? नेचुरल प्रोसेस। फिजियोथेरेपी क्या है? नेचुरल प्रोसेस। अगर हम अपने नेचुरल प्रोसेस को अपनाएंगे तभी तो हम अपने दर्दों को भगा पाएंगे। ਮੇਰਾ ਨਾਮ ਗੁਰਿੰਦਰ ਸਿੰਘ ਮਾਟਾ ਹੈ ਜੀ। ਮੇਰਾ ਕੁਝ ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ, ਕਾਰ ਐਕਸੀਡੈਂਟ, ਤੇ ਮੇਰੀ ਸਪਾਈਨ ਇੰਜਰੀ ਹੋ ਗਈ, ਫ੍ਰੈਕਚਰ ਵੀ ਆਇਆ ਮਣਕੇ ਦੇ ਵਿੱਚ ਤੇ ਡਿਸਪਲੇਸਮੈਂਟ ਵੀ ਹੋਈ। ਤੇ ਮੈਂ ਜਿਵੇਂ ਬੰਦਾ ਰੂਟੀਨ 'ਚ ਆਪਣੀ ਇੰਗਲਿਸ਼ ਸਭ ਡਾਕਟਰਾਂ ਕੋਲ ਜਾਂਦਾ ਹੈ, ਮੈਂ ਗਿਆ ਉਹਨਾਂ ਕੋਲ, ਉਹਨਾਂ ਨੇ ਸਰਜਰੀ ਦੱਸੀ। ਮੈਂ ਜਿਹੜੇ ਵੀ ਡਾਕਟਰ ਕੋਲ ਜਾਵਾਂ ਸਾਰੇ ਕਹਿੰਦੇ ਤੁਸੀਂ ਕੱਲ੍ਹ ਆ ਜਾਓ, ਪਰਸੋਂ ਆ ਜਾਓ, ਸਰਜਰੀ ਕਰ ਦਿੰਦੇ ਆ, ਉਹ 4 ਸਕਰੂ ਪਾਵਾਂਗੇ, ਤੁਹਾਡਾ ਮਣਕਾ ਆਰਟੀਫੀਸ਼ੀਅਲ ਪਾਵਾਂਗੇ, ਤੁਹਾਡਾ ਠੀਕ ਹੋ ਜਾਏਗਾ। ਤੇ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਫਿਜ਼ੀਓਥੈਰੇਪੀ ਨਾਲ ਵੀ ਹੋ ਸਕਦਾ ਹੈ। ਕਹਿੰਦੇ ਉਹਦੇ ਨਾਲ ਨਹੀਂ ਹੁੰਦਾ, ਉਹ ਸਾਰੀ ਉਮਰ ਤੁਹਾਡੀ ਤੁਸੀਂ ਲੱਗੇ ਰਹੋਗੇ, ਹੋਣਾ ਕੁਛ ਨਹੀਂ ਹੈ, ਤੁਸੀਂ ਸਰਜਰੀ ਕਰਾਓ, ਹਫਤੇ 10 ਦਿਨ 'ਚ ਠੀਕ, ਹਫਤਾ ਇੱਥੇ ਤੁਹਾਨੂੰ 3 ਦਿਨ ਰੱਖਾਂਗੇ, ਹਫਤਾ ਘਰ ਆਰਾਮ ਕਰੋ, ਤੁਸੀਂ ਠੀਕ। ਪਰ ਮੈਂ ਉਹਨਾਂ 'ਤੇ ਟਰਸਟ ਨਹੀਂ ਕੀਤਾ, ਮੇਰੇ ਫਰੈਂਡ ਸਰਕਲ ਨੇ, ਮੇਰੀ ਫੈਮਿਲੀ ਨੇ ਅਲਾਉ ਨਹੀਂ ਕੀਤਾ ਕਿ ਸਰਜਰੀ ਕਰਾਓ। ਮੈਂ ਫਿਜ਼ੀਓਥੈਰੇਪੀ ਕਰਾਉਣੀ ਸ਼ੁਰੂ ਕੀਤੀ। ਅੱਜ ਡਾਕਟਰ ਵਿਨੇ ਨਵੀਨ ਜੀ ਨੇ ਮੇਰਾ ਟ੍ਰੀਟਮੈਂਟ ਕੀਤਾ ਔਰ ਮੈਂ ਆਪਣਾ ਇੱਕ ਲਾਈਫ ਦਾ ਬਹੁਤ ਵਧੀਆ ਗੁਜ਼ਾਰਾ ਕਰ ਰਿਹਾ। ਮੈਂ ਨਾਰਮਲ ਬੰਦੇ ਵਾਂਗੂ ਠੀਕ ਤਾਂ ਨਹੀਂ ਹੈਗਾ, ਲੇਕਿਨ ਮੈਂ 80-90% ਠੀਕ ਹਾਂ। ਕਿੰਨੀ ਸੀਟਿੰਗ ਕਰਾਈ ਸਰ? ਸਿਟਿੰਗ ਤਾਂ ਦੇਖੋ ਜੀ, ਹਰ ਇੱਕ ਬੰਦੇ ਦੀ ਆਪਣੀ ਬਾਡੀ ਹੈ, ਕਿੰਨਾ ਕੁ ਰਿਸਪੌਂਡ ਕਰਦੀ ਹੈ ਜੀ, ਠੀਕ ਹੈ ਨਾ। ਕੋਈ ਬੰਦੇ ਹਫਤੇ 7-8 ਸਿਟਿੰਗ ਠੀਕ ਹੋ ਜਾਂਦੇ ਆ। ਹੁਣ ਕਈ ਵਾਰੀ ਡਾਕਟਰ ਕਹਿੰਦੇ ਕਿ ਤੁਸੀਂ ਠੀਕ ਹੈ, ਮਤਲਬ ਜਿੰਨੀਆਂ ਸਿਟਿੰਗਸ ਲੈਣੀਆਂ ਲੈ ਲਈਆਂ, ਤੁਸੀਂ 2-3 ਮਹੀਨੇ ਬਾਅਦ ਇੱਕ ਵਾਰੀ ਆ ਕੇ ਆਪਣਾ ਕਰਾ ਜਾਇਆ ਕਰੋ। 2-3 ਮਹੀਨੇ ਬਾਅਦ ਲੇਜ਼ਰ ਕਦੀ 10-15 ਦਿਨ ਉੱਪਰ ਵੀ ਹੋ ਗਏ, ਨੀਚੇ ਵੀ ਹੋ ਗਏ, ਤੇ ਆਮ ਓਕੇ। ਮੈਂ ਲਾਈਫ ਦਾ ਵਧੀਆ ਗੁਜ਼ਾਰਾ ਕਰ ਰਿਹਾ। ਮੈਂ ਟਰੈਵਲ ਕਰਦਾ, ਕਾਰ ਚਲਾਉਂਦਾ, ਸਵੇਰੇ ਸ਼ਾਮ ਵਾਕ ਕਰਨ ਜਾਂਦਾ ਔਰ ਅਬਰੋਡ ਜਾਂਦਾ। ਮੇਰਾ ਐਕਸਪੋਰਟ ਬਿਜ਼ਨਸ ਹੀ ਹੈ। ਮੈਡੀਸਨ ਵਗੈਰਾ ਸ਼ੁਰੂਆਤ? ਨੋ ਮੈਡੀਸਨ ਖਾਧੀ ਨਹੀਂ, ਕਦੀ ਨਹੀਂ ਖਾਧੀ। ਸਭ ਤੋਂ ਵੱਡੀ ਗੱਲ ਹੈ ਕਿ ਮੇਰਾ ਜਿਹੜਾ ਫਿਜ਼ੀਓਥੈਰੇਪੀ ਜੋ ਟੋਟਲ ਟ੍ਰੀਟਮੈਂਟ ਹੋਇਆ, ਉਹ ਵਿਦਾਊਟ ਸਿੰਥੈਟਿਕ ਮੈਡੀਸਨ, ਕੋਈ ਪੇਨ ਕਿਲਰ ਨਹੀਂ, ਕੋਈ ਕੁਛ ਨਹੀਂ ਖਾਣੀ। ਜੇ ਪੇਨ ਉਹੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਸੀਗਾ ਕਿ ਜੇ ਪੇਨ ਕਿਲਰ ਖਾਓਗੇ ਉਹ ਤੁਹਾਨੂੰ ਟੈਂਪਰੇਰੀ ਪੇਨ ਬੰਦ ਹੋ ਜਾਏਗੀ, ਉਹ ਦੂਸਰੇ ਦਿਨ ਮੈਡੀਸਨ ਦਾ 8 ਘੰਟੇ ਬਾਅਦ ਅਸਰ ਖਤਮ ਹੋਏਗਾ, ਉਹ ਫਿਰ ਆ ਜਾਏਗੀ। ਲੇਕਿਨ ਤੁਸੀਂ ਜੜ ਨੂੰ ਖਤਮ ਕਰੋ ਨਾ, ਜੜ ਖਤਮ ਹੋਏਗੀ ਤਾਂ ਪੇਨ ਪਰਮਾਨੈਂਟ ਠੀਕ ਹੋ ਜਾਏਗੀ। ਜੜ ਤਾਂ ਉੱਥੇ ਹੀ ਹੈ, ਉਹ ਗਲ ਰਹੀ ਹੈ।
ਇਹ ਚੀਜ਼ ਹੈ। ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਇਹ ਹੈ ਜੀ, ਤੁਸੀਂ ਕਦੀ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਇੰਗਲਿਸ਼ ਡਾਕਟਰ ਕੋਲ ਜਾਂਦੇ ਹੋ, ਬਟ ਇਹ ਡਾਕਟਰ ਜਿਹੜੇ ਹੈਗੇ ਨੇ ਨਾ, ਇਹ ਮਾਰਕੀਟ ਤੋਂ ਹਜੇ ਥੋੜ੍ਹਾ ਜਿਹਾ ਲੁੱਕ ਕੇ ਬੈਠੇ ਨੇ, ਇਹਨਾਂ ਨੂੰ ਅਵੇਅਰਨੈਸ ਲੋਕਾਂ ਨੂੰ ਘੱਟ ਹੈ। ਤੁਸੀਂ ਜ਼ਰੂਰ ਇਹਨਾਂ ਨੂੰ ਕੰਸਲਟ ਕਰੋ। ਹੁਣ ਤਾਂ ਵੱਡੀ ਤੋਂ ਵੱਡੀ ਸਰਜਰੀ ਕਰਾਉਣ ਤੋਂ ਬਾਅਦ ਵੀ MD ਡਾਕਟਰ MS ਡਾਕਟਰ ਕਹਿੰਦੇ ਕਿ ਤੁਸੀਂ ਬਾਅਦ ਵਿੱਚ ਫਿਜ਼ੀਓਥੈਰੇਪੀ ਕਰਾਓ। ਉਹ ਵੀ ਕਹਿੰਦੇ ਆ, ਉਹਨਾਂ ਨੇ ਹਸਪੀਟਲ ਦੇ ਅੰਦਰ ਫਿਜ਼ੀਓਥੈਰੇਪੀ ਸੈਂਟਰ ਬਣ ਗਏ ਜੀ ਤੇ ਫਿਜ਼ੀਓਥੈਰੇਪੀ ਤੋਂ ਬਿਨਾਂ ਤਾਂ ਲਾਈਫ ਕੰਪਲੀਟ ਹੋ ਹੀ ਨਹੀਂ ਸਕਦੀ। ਮੈਂ ਬਾਂਹ ਅੱਜ ਇੱਥੇ ਰੱਖ ਲਵਾਂ, ਮੈਂ 4 ਦਿਨ ਨੂੰ ਚੁੱਕਾ ਹੀ ਨਾ, ਇਹ ਜਾਮ ਹੋ ਜਾਏਗੀ। ਇਹ ਤਾਂ ਮੂਵਮੈਂਟ ਕਰਾਂਗੇ ਤਾਂ ਕੰਮ ਕਰੇਗੀ ਨਾ। मेरा नाम रजनी शर्मा है। ਅੱਛਾ ਮੈਡਮ, ਕਿੱਥੋਂ ਆਏ ਹੋ मैं न्यू जनता नगर से आई हूँ। ਤੇ ਕੀ ਪ੍ਰੋਬਲਮ ਸੀ ਜਿਹਨੂੰ ਲੈ ਕੇ ਇੱਥੇ ਆਏ ਹੋ? मैनू एक्चुअली 3-4 महीने हो गए, मेरे लैफ्ट शोल्डर ਤੇ ਬਹੁਤ ਜ਼ਿਆਦਾ ਪੇਨ ਸੀ ਅੱਛਾ ਜੀ। ਤੇ ਮੈਂ ਐਲੋਪੈਥਿਕ ਮੈਡੀਸਨ ਵੀ ਕੀਤੀ, ਉਹਨਾਂ ਨੇ ਇੰਜੈਕਸ਼ਨਸ ਵਗੈਰਾ ਦਿੱਤੇ, ਬਟ ਕੋਈ ਅਸਰ ਨਹੀਂ ਹੋਇਆ ਮੈਨੂੰ। ਕਿੰਨੀ ਦੇਰ ਤੋਂ ਦਵਾਈ ਮੈਨੂੰ 3-4 ਮਹੀਨੇ ਹੋ ਗਏ ਜੀ? ਪੇਨ ਨੂੰ। ਮਤਲਬ ਜਦ ਤੋਂ ਦਰਦ ਦਾ ਦਵਾਈ ਲੈ ਰਹੇ ਸੀ? ਹਾਂਜੀ, ਮੈਂ ਮੈਡੀਸਨ ਲੈ ਰਹੀ ਸੀ, ਰੈਗੂਲਰ ਮੈਡੀਸਨ ਲੈ ਰਹੀ ਸੀ, ਬਟ ਮੈਨੂੰ ਫਰਕ ਨਹੀਂ ਪਿਆ। ਜੀ ਅੱਜ ਇੱਥੇ ਆਏ ਤੇ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਵੀ ਇੱਥੇ ऑल सेंट ਦੇ ਵਿੱਚ फिजियोथेरेपी है, आप थेरेपी लो तो उससे आपको थोड़ा सा रिलीफ मिलेगा, उससे आपको बिल्कुल ही ये जो शोल्डर पेन है बिल्कुल ख़त्म हो जाएगी। तो first time मुझे therapy लेती है? मैं फ़र्स्ट टाइम थेरेपी लेने आई हूँ, मैं कभी ली नहीं। तो किस तरह का महसूस होया? मेरे को काफ़ी आज मैंने लिया, मेरे को आज ही एक ही दिन में काफ़ी रिलीफ हुआ। ਤੇ ਇਹਦੀ ਕੋਈ ਮੈਡੀਸਿਨ ਵਗੈਰਾ ਦੇ ਰਹੇ ਹੈ? ਕਿਸ ਤਰੀਕੇ ਨਾਲ नहीं, मेडिसिन नहीं दे रहे, ਟ੍ਰੀਟ ਤੁਹਾਨੂੰ ਕਿਸ ਤਰੀਕੇ ਨਾਲ ਕੀਤਾ ਇਹਨਾਂ ਨੇ? ट्रीटमेंट ओनली थेरेपी दे रहे हैं, मूवमेंट करवाना है या कुछ और, यही ट्रीटमेंट दे रहे हैं, एक्सरसाइज वगैरह फिजिकली एक्सरसाइज करवा रहे हैं, उसी से ही मेरे को फर्क। मैडम जो काफ़ी लोग दवाइयों की तरफ जाते हैं उनको क्या मैसेज देना चाहते हो आप? दवाइयों की तरफ इनके जो साइड इफ़ेक्ट्स हैं इंग्लिश मेडिसन के, ये ज़्यादा है। मैं इंग्लिश मेडिसन से बच के, मैं तो यही कहती हूँ कि इंग्लिश मेडिसन से जितना बच के रहा जाए उतना ज़्यादा बेटर है। ਜੀ ਜੀ। फिज़िकल अगर आप फिजियोथेरेपी लोगे तो उसमें आपको इंटरनल प्रॉब्लम कोई नहीं होगी। जैसे इंग्लिश मेडिसन के देखो, हम देखते हैं कि साइड इफ़ेक्ट्स हैं हमारे, काफ़ी साइड इफ़ेक्ट्स होते हैं। फिजियोथेरेपी से हमारे को कोई साइड इफ़ेक्ट नहीं है, ਹੁਣ ਤੁਹਾਨੂੰ ਕੁੱਲ ਮਿਲਾ ਕੇ ਮਤਲਬ ਇਹ ਸੈੱਟ ਬਹਿ ਗਿਆ, ਵਧੀਆ ਰਿਹਾ? बिल्कुल सेट बैठ गया।